ਹੈਲੋ ਸਟੂਡੈਂਟਸ, ਅੱਜ ਆਪਾਂ ਕਲਾਸ BA 3 ਸਮੈਸਟਰ 5th ਚੈਪਟਰ ਲੂਇਸ ਥਿਊਰੀ ਟੌਪਿਕ ਐਂਡ ਆਫ ਸਰਕੂਲਰ ਪ੍ਰੋਸੈਸ ਪੜ੍ਹਾਂਗੇ। ਵਿਕਾਸ ਪ੍ਰਕਿਰਿਆ ਦਾ ਅੰਤ। ਲੂਇਸ ਨੇ ਆਪਣੇ ਮਾਡਲ ਦੇ ਵਿੱਚ ਦੱਸਿਆ ਸੀ ਕਿ ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿੱਚ ਲੇਬਰ ਦੀ ਸਪਲਾਈ ਅਨਲਿਮਿਟਿਡ ਹੁੰਦੀ ਹੈ। ਲੇਬਰ ਦੀ ਸਪਲਾਈ ਅਨਲਿਮਿਟਿਡ ਦਾ ਮਤਲਬ ਹੈ ਕਿ ਲੇਬਰ ਦੀ ਸਪਲਾਈ ਲੇਬਰ ਦੀ ਡਿਮਾਂਡ ਨਾਲੋਂ ਜ਼ਿਆਦਾ ਹੁੰਦੀ ਹੈ। ਇੱਥੇ ਲੇਬਰ ਘੱਟ ਮਜ਼ਦੂਰੀ 'ਤੇ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ। ਲੇਬਰ ਨੂੰ ਉਸ ਦੀ ਮਾਰਜਨਲ ਪ੍ਰੋਡਕਟੀਵਿਟੀ ਨਾਲੋਂ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ। ਇਸ ਕਰਕੇ ਕੈਪੀਟਲਿਸਟ ਨੂੰ ਸਰਪਲਸ ਬਚਦੀ ਹੈ। ਲੂਇਸ ਨੇ ਇਹ ਦੱਸਿਆ ਕਿ ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿੱਚ ਲੇਬਰ ਦੀ ਸਪਲਾਈ ਜ਼ਿਆਦਾ ਹੁੰਦੀ ਹੈ, ਅਨਲਿਮਿਟਿਡ ਹੁੰਦੀ ਹੈ। ਜੇ ਇਸ ਅਨਲਿਮਿਟਿਡ ਲੇਬਰ ਫੋਰਸ ਨੂੰ ਪ੍ਰੋਪਰ ਯੂਜ਼ ਕੀਤਾ ਜਾਵੇ ਤਾਂ ਇੱਕ ਇਕੋਨਮੀ ਡਿਵੈਲਪ ਹੋ ਸਕਦੀ ਹੈ। ਜਦੋਂ ਹੀ ਇਸ ਕੈਪੀਟਲਿਸਟ ਸਰਪਲਸ ਨੂੰ ਇਨਵੈਸਟ ਕੀਤਾ ਜਾਂਦਾ, ਜਿਹੜਾ ਲੇਬਰ ਨੂੰ ਘੱਟ ਮਜ਼ਦੂਰੀ ਦੇ ਕੇ ਪ੍ਰਾਪਤ ਹੋਇਆ, ਲੇਬਰ ਦੀ ਮਾਰਜਨਲ ਪ੍ਰੋਡਕਟੀਵਿਟੀ ਜ਼ਿਆਦਾ ਅਤੇ ਲੇਬਰ ਦੀ ਮਜ਼ਦੂਰੀ ਘੱਟ ਹੁੰਦੀ ਹੈ, ਤਾਂ ਉਦੋਂ ਕੈਪੀਟਲਿਸਟ ਸਰਪਲਸ ਪ੍ਰਾਪਤ ਹੁੰਦਾ ਹੈ। ਇਸ ਕੈਪੀਟਲਿਸਟ ਸਰਪਲਸ ਨੂੰ ਇਨਵੈਸਟ ਕਰ ਦਿੱਤਾ ਜਾਂਦਾ ਹੈ ਕੈਪੀਟਲਿਸਟ ਦੁਆਰਾ। ਇਨਵੈਸਟਮੈਂਟ ਕਰਨ ਦੇ ਨਾਲ ਨੈਸ਼ਨਲ ਇਨਕਮ ਦੇ ਵਿੱਚ ਵਾਧਾ ਹੁੰਦਾ ਹੈ। ਨੈਸ਼ਨਲ ਇਨਕਮ ਦੇ ਵਧਣ ਨਾਲ ਇਕੋਨਮੀ ਡਿਵੈਲਪ ਕਰਦੀ ਹੈ ਜਾਂ ਅੰਡਰ ਡਿਵੈਲਪਡ ਇਕੋਨਮੀ ਆਪਣਾ ਵਿਕਾਸ ਕਰ ਸਕਦੀ ਹੈ। ਪਰ ਇਹ ਵਿਕਾਸ ਪ੍ਰਕਿਰਿਆ ਜਾਂ ਗਰੋਥ ਪ੍ਰੋਸੈਸ ਲਗਾਤਾਰ ਨਹੀਂ ਚੱਲਦੀ ਰਹਿੰਦੀ, ਇਹ ਖਤਮ ਹੋ ਜਾਂਦੀ ਹੈ। ਇਹ ਉਦੋਂ ਖਤਮ ਹੁੰਦੀ ਹੈ ਜਦੋਂ ਕੈਪੀਟਲਿਸਟ ਸਰਪਲਸ ਖਤਮ ਹੋ ਜਾਂਦਾ ਹੈ। ਕੈਪੀਟਲਿਸਟ ਸਰਪਲਸ ਉਦੋਂ ਖਤਮ ਹੁੰਦਾ ਹੈ ਜਦੋਂ ਲੇਬਰ ਆਪਣੀ ਮਜ਼ਦੂਰੀ ਜ਼ਿਆਦਾ ਡਿਮਾਂਡ ਕਰਦਾ ਹੈ। ਜਦੋਂ ਲੇਬਰ ਜ਼ਿਆਦਾ ਮਜ਼ਦੂਰੀ ਦੀ ਡਿਮਾਂਡ ਕਰਦਾ ਹੈ, ਜ਼ਿਆਦਾ ਵੇਜ ਦੀ ਡਿਮਾਂਡ ਕਰਦਾ ਹੈ, ਤਾਂ ਉਦੋਂ ਕੈਪੀਟਲਿਸਟ ਸਰਪਲਸ ਖਤਮ ਹੋ ਜਾਂਦਾ ਹੈ। ਜਦੋਂ ਇਹ ਲੇਬਰ ਆਪਦੀ ਮਾਰਜਨਲ ਪ੍ਰੋਡਕਟੀਵਿਟੀ ਦੇ ਬਰਾਬਰ ਮਜ਼ਦੂਰੀ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦਾ ਹੈ ਜਾਂ ਉਹਨੂੰ ਮਾਰਜਨਲ ਪ੍ਰੋਡਕਟ ਦੇ ਬਰਾਬਰ ਮਜ਼ਦੂਰੀ ਮਿਲਣ ਲੱਗ ਜਾਂਦੀ ਹੈ, ਤਾਂ ਉਦੋਂ ਕੈਪੀਟਲਿਸਟ ਸਰਪਲਸ ਖਤਮ ਹੋ ਜਾਂਦਾ ਹੈ। ਕੈਪੀਟਲਿਸਟ ਸਰਪਲਸ ਦੇ ਖਤਮ ਹੋਣ ਨਾਲ ਇਨਵੈਸਟਮੈਂਟ ਕਰਨ ਲਈ ਕੁਛ ਨਹੀਂ ਬਚਦਾ। ਇਸ ਕਰਕੇ ਗਰੋਥ ਪ੍ਰੋਸੈਸ ਰੁਕ ਜਾਂਦੀ ਹੈ। ਕੈਪੀਟਲਿਸਟ ਸਰਪਲਸ ਕਈ ਕਾਰਨਾਂ ਕਰਕੇ ਖਤਮ ਹੁੰਦਾ ਹੈ। ਜਿਵੇਂ ਪਹਿਲਾ ਹੈਗਾ, ਜਿਵੇਂ ਜਿਵੇਂ ਇਕੋਨਮੀ ਦੇ ਵਿੱਚ ਕੈਪੀਟਲ ਫਾਰਮੇਸ਼ਨ ਵੱਧਦਾ ਹੈ, ਕੈਪੀਟਲ ਫਾਰਮੇਸ਼ਨ ਦੇ ਵਧਣ ਨਾਲ ਫੁੱਲ ਇੰਪਲਾਇਮੈਂਟ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਫੁੱਲ ਇੰਪਲਾਇਮੈਂਟ ਇਕੋਨਮੀ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਫੁੱਲ ਇੰਪਲਾਇਮੈਂਟ ਦੇ ਵਿੱਚ ਲੇਬਰ ਦੀ ਡਿਮਾਂਡ ਵਧਣ ਲੱਗ ਜਾਂਦੀ ਹੈ, ਲੇਬਰ ਦੀ ਜ਼ਿਆਦਾ ਡਿਮਾਂਡ ਕੀਤੀ ਜਾਂਦੀ ਹੈ। ਇਸ ਕਰਕੇ ਜਦੋਂ ਲੇਬਰ ਦੀ ਡਿਮਾਂਡ ਵੱਧ ਹੁੰਦੀ ਹੈ ਤਾਂ ਲੇਬਰ ਜ਼ਿਆਦਾ ਮਜ਼ਦੂਰੀ ਦੀ ਡਿਮਾਂਡ ਕਰਨ ਲੱਗ ਜਾਂਦੇ ਹੈ। ਮਜ਼ਦੂਰੀ ਦੇ ਵਧਣ ਨਾਲ ਕੈਪੀਟਲਿਸਟ ਸਰਪਲਸ ਘਟਣ ਲੱਗ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ। ਜਦੋਂ ਹੀ ਮਜ਼ਦੂਰੀ ਮਾਰਜਨਲ ਪ੍ਰੋਡਕਟ ਦੇ ਬਰਾਬਰ ਹੋ ਜਾਂਦੀ ਹੈ ਤਾਂ ਉਦੋਂ ਕੈਪੀਟਲਿਸਟ ਸਰਪਲਸ ਜ਼ੀਰੋ ਹੋ ਜਾਂਦਾ ਹੈ। ਇਸ ਕਰਕੇ ਗਰੋਥ ਪ੍ਰੋਸੈਸ ਰੁਕ ਜਾਂਦੀ ਹੈ, ਕਿਉਂਕਿ ਗਰੋਥ ਵਾਸਤੇ ਜਾਂ ਇਨਵੈਸਟਮੈਂਟ ਕਰਨ ਵਾਸਤੇ ਸਰਪਲਸ ਨਹੀਂ ਬਚਦਾ। ਦੂਜਾ ਕਾਰਨ ਹੈ ਪਾਪੂਲੇਸ਼ਨ ਪ੍ਰੈਸ਼ਰ ਦੀ ਕਮੀ। ਜਦੋਂ ਅੰਡਰ ਡਿਵੈਲਪਡ ਇਕੋਨਮੀਜ਼ ਦੇ ਸਬਸਿਸਟੈਂਸ ਸੈਕਟਰ ਦੇ ਵਿੱਚੋਂ ਲੇਬਰ ਨੂੰ ਕੱਢ ਕੇ ਕੈਪੀਟਲਿਸਟ ਸੈਕਟਰ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਸਬਸਿਸਟੈਂਸ ਸੈਕਟਰ ਦੇ ਵਿੱਚ ਪਾਪੂਲੇਸ਼ਨ ਦਾ ਪ੍ਰੈਸ਼ਰ ਘੱਟ ਜਾਂਦਾ ਹੈ। ਪਾਪੂਲੇਸ਼ਨ ਦੇ ਪ੍ਰੈਸ਼ਰ ਘਟਣ ਕਰਕੇ ਉੱਥੇ ਲੇਬਰ ਦੀ ਮਾਰਜਨਲ ਪ੍ਰੋਡਕਟੀਵਿਟੀ ਵੱਧ ਜਾਂਦੀ ਹੈ। ਇਸ ਕਰਕੇ ਸਬਸਿਸਟੈਂਸ ਸੈਕਟਰ ਦੇ ਵਿੱਚ ਵੀ ਲੇਬਰ ਨੂੰ ਕੈਪੀਟਲਿਸਟ ਵੇਜ ਦੇ ਬਰਾਬਰ ਮਜ਼ਦੂਰੀ ਮਿਲਣ ਲੱਗ ਜਾਂਦੀ ਹੈ। ਤਾਂ ਹੁਣ ਨਵਾਂ ਜਿਹੜਾ ਲੇਬਰ ਕੈਪੀਟਲਿਸਟ ਸੈਕਟਰ ਨੂੰ ਚਾਹੀਦਾ ਉਹ ਤਾਂ ਜਾਊਗਾ ਜੇ ਉੱਥੇ ਉਹਨੂੰ ਕੈਪੀਟਲਿਸਟ ਵੇਜ ਤੋਂ ਜ਼ਿਆਦਾ ਮਜ਼ਦੂਰੀ ਮਿਲਦੀ ਹੈ। ਤਾਂ ਇਸ ਕਰਕੇ ਕੈਪੀਟਲਿਸਟ ਵੇਜ ਵਧਣ ਨਾਲ ਵੀ ਕੈਪੀਟਲਿਸਟ ਦਾ ਸਰਪਲਸ ਹੈ ਜਿਹੜਾ ਉਹ ਘਟ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ। ਤਾਂ ਕਰਕੇ ਗਰੋਥ ਪ੍ਰੋਸੈਸ ਰੁਕ ਜਾਂਦੀ ਹੈ। ਅਗਲਾ ਕਾਰਨ ਹੈ ਨਿਊ ਪ੍ਰੋਡਕਸ਼ਨ ਟੈਕਨੀਕਸ। ਜਦੋਂ ਨਵੀਆਂ ਸਬਸਿਸਟੈਂਸ ਸੈਕਟਰ ਦੇ ਵਿੱਚ ਨਵੀਆਂ ਪ੍ਰੋਡਕਸ਼ਨ ਟੈਕਨੀਕਸ ਨੂੰ ਅਪਣਾਇਆ ਜਾਂਦਾ ਹੈ ਤਾਂ ਕੈਪੀਟਲ ਫਾਰਮੇਸ਼ਨ ਵੱਧਦੀ ਹੈ, ਤਾਂ ਉਹਦੇ ਕਰਕੇ ਨਵੀਆਂ ਪ੍ਰੋਡਕਸ਼ਨ ਟੈਕਨੀਕਸ ਅਪਣਾਈਆਂ ਜਾਂਦੀਆਂ। ਨਵੀਂ ਪ੍ਰੋਡਕਸ਼ਨ ਟੈਕਨੀਕ ਦੇ ਕਾਰਨ ਲੇਬਰ ਦੀ ਮਾਰਜਨਲ ਪ੍ਰੋਡਕਟੀਵਿਟੀ ਵੱਧਦੀ ਹੈ। ਲੇਬਰ ਦੀ ਮਾਰਜਨਲ ਪ੍ਰੋਡਕਟੀਵਿਟੀ ਵਧਣ ਦੇ ਨਾਲ ਲੇਬਰ ਜ਼ਿਆਦਾ ਮਜ਼ਦੂਰੀ ਦੀ ਡਿਮਾਂਡ ਕਰਦੇ ਆ ਜਾਂ ਉਹਨੂੰ ਜ਼ਿਆਦਾ ਮਜ਼ਦੂਰੀ ਮਿਲਣ ਲੱਗ ਜਾਂਦੀ ਹੈ। ਇਸ ਕਰਕੇ ਕੈਪੀਟਲਿਸਟ ਸਰਪਲਸ ਖਤਮ ਹੋ ਜਾਂਦਾ ਹੈ। ਸਰਪਲਸ ਖਤਮ ਹੋਣ ਕਰਕੇ ਗਰੋਥ ਪ੍ਰੋਸੈਸ ਰੁਕ ਜਾਂਦੀ ਹੈ। ਅਗਲਾ ਕਾਰਨ ਹੈ ਕੈਪੀਟਲਿਸਟ ਸੈਕਟਰ ਦੀ ਡਿਵੈਲਪਮੈਂਟ ਹੈ ਜਿਹੜੀ ਸਬਸਿਸਟੈਂਸ ਸੈਕਟਰ ਦੇ ਨਾਲੋਂ ਜ਼ਿਆਦਾ ਹੋ ਜਾਂਦੀ ਹੈ। ਇਸ ਕਰਕੇ ਕੈਪੀਟਲਿਸਟ ਸੈਕਟਰ ਦੇ ਵਿੱਚ ਪ੍ਰਾਈਸ ਲੈਵਲ ਵਧਣ ਲੱਗ ਜਾਂਦੇ ਹੈ, ਕੀਮਤਾਂ ਵੱਧ ਜਾਂਦੀਆਂ। ਪ੍ਰਾਈਸਿਸ ਦੇ ਵਧਣ ਨਾਲ ਟਰਮਸ ਆਫ ਟਰੇਡ ਸਬਸਿਸਟੈਂਸ ਸੈਕਟਰ ਦੇ ਫੇਵਰ 'ਚ ਹੋ ਜਾਂਦੀਆਂ। ਸਬਸਿਸਟੈਂਸ ਸੈਕਟਰ ਦੇ ਫੇਵਰ 'ਚ ਹੋਣ ਕਰਕੇ ਲੇਬਰ ਹੈ ਜਿਹੜਾ ਉਹ ਜ਼ਿਆਦਾ ਮਜ਼ਦੂਰੀ ਦੀ ਡਿਮਾਂਡ ਕਰਦਾ ਹੈ, ਕਿਉਂਕਿ ਜਦੋਂ ਸਬਸਿਸਟੈਂਸ ਸੈਕਟਰ ਤੋਂ ਲੇਬਰ ਨੂੰ ਕੈਪੀਟਲਿਸਟ ਸੈਕਟਰ ਦੇ ਵਿੱਚ ਮੰਗਵਾਇਆ ਜਾਂਦਾ ਹੈ ਜਾਂ ਭੇਜਿਆ ਜਾਂਦਾ ਹੈ ਤਾਂ ਉੱਥੇ
कीमतां वध हुंदियां, कैपिटलिस्ट सैक्टर दे विच कीमतां वध है, इस करके लेबर उत्थे ज़्यादा कीमतां होण करके मजदूरी की भी ज़्यादा डिमांड करता है, जिहदे करके सरपलस खत्म हो जाते हैं, कैपिटलिस्ट सरपलस खत्म हो जाता है। अगला कारण है ट्रेड यूनीयन। जदों ट्रेड यूनीयन प्रैशर बनाउंदे आ मजदूरी वधाउण वास्ते जां ट्रेड यूनीयन वेज रेट नूं वधाउण वास्ते वधाउण दीआं कोशिशां करदे आ, अंदोलन करदे आ, तां उहदे नाल भी वेज रेट वध जांदी है। वेज रेट दे वधन नाल कैपिटलिस्ट सरपलस खत्म हो जाता है। कैपिटलिस्ट सरपलस खत्म होण नाल ग्रोथ प्रोसैस रुक जाती है। तो ये सारे कारण सीगे, इन्हां कारणों करके ग्रोथ प्रोसैस रुक जाती है, सरपलस घट जाता है। सरपलस घटन मजदूरी वध जाती है, मजदूरी वधन नाल सरपलस घट जाता है, सरपलस के घटन नाल ग्रोथ प्रोसैस इकोनॉमी की रुक जाती है। तो हुण लुइस ने दस्सिया कि जिहड़ा लुइस का मॉडल है, जो लुइस की थ्योरी है, ओपन इकोनॉमी दे विच भी लागू होंदी है। ओपन इकोनॉमी दे विच भी इस थ्योरी नूं लागू किया जा सकता है। तो लुइस ने यह भी दस्सिया है कि दो तरीके अजिहे है जिन्हां नूं अपना के ग्रोथ प्रोसैस नूं मेनटेन रखा जा सकता है, जां ग्रोथ प्रोसैस नूं दोबारा तो शुरू किया जा सकता है। पहला तरीका है माइग्रेशन ऑफ लेबरस, दूजा एक्सपोर्ट ऑफ कैपिटल। पहला तरीका जिहड़ा माइग्रेशन ऑफ लेबरस है, तो उहदे नाल की हैगा, जिहड़े अंडर डिवैलपड इकोनमीज़ दे विच लेबर की सप्लाई ज़्यादा है, जे उत्थों लेबर नूं इस देश दे विच मंगवाया जाए जिथे ग्रोथ प्रोसैस खत्म हो चुकी है, रुक चुकी है, तो इत्थे आउण नाल लेबर की सप्लाई वधूगी। लेबर की सप्लाई दे वधन नाल लेबर की वेज रेट घट जूगी, जां जिहड़ा लेबर बाहरों आऊगा, इहो ਜਿਹੇ देशों तो आऊगा जिथे अनलिमिटेड सप्लाई है लेबर की, उत्थे उन्हां नूं घट वेज मिलती सी, इत्थे आके भी वो घट वेज ते काम करन वास्ते तैयार हो जाणगे, तो उहदे नाल कैपिटलिस्ट सरपलस वधन लग जूगा। एंटरप्रेन्योर नूं कैपिटलिस्ट सरपलस प्राप्त होण लग जूगा, जां कैपिटलिस्ट नूं सरपलस प्राप्त होण लग जूगा। उहदे नाल ओह इन्वैसट कर सकता है, तो इन्वैसटमेंट के नाल ग्रोथ प्रोसैस नूं शुरू किया जा सकता है, वधाई जा सकती है। पर ये एक प्रॉब्लम आउंदी है कि जदों लेबर नूं बाहरों मंगवाया जाता है, जां दूजे देशों तो जदों लेबर इस देश दे विच आउंदा है, तो लेबर की जनरल वेज रेट है जिहड़ी उहदे च कमी आ जाती है। उहदे च कमी आउण करके उत्थों दी ट्रेड यूनीयन है जिहड़े वो अंदोलन कर देणगे ते बाहरों आउण वाले लेबर दे उत्ते रोक ला सकदे है। इन्नी क समस्या इत्थे आ सकदी है। दूजा तरीका एक्सपोर्ट ऑफ कैपिटल। जे कैपिटल नूं एक्सपोर्ट किया जाए तो उहदे नाल लेबर की डिमांड घटदी है, लेबर की डिमांड घटन नाल वेज रेट घट जाता है, वेज रेट घटन दे नाल सरपलस वध जाता है। तो ये दोनों तरीके अपना के ग्रोथ प्रोसैस नूं मेनटेन रखा जा सकता है। लुइस ने ये दो तरीके दस्से, दोनों दे नाल ग्रोथ प्रोसैस नूं मेनटेन रखा जा सकता है। लेबर नूं इंपोर्ट करके ते कैपिटल नूं एक्सपोर्ट करके लुइस दे अकॉर्डिंग इकनॉमिक ग्रोथ प्रोसैस नूं मेनटेन रखा जा सकता है, इकनॉमिक ग्रोथ प्रोसैस नूं दोबारा तो चालू किया जा सकता है। थैंक यू स्टूडेंट्स।